ਜੇ ਆਪਾਂ ਹੁਣ ਕੱਲ ਦੀ ਗੱਲ ਕਰੀਏ, ਆਪਾਂ ਜੇ ਕਿਸੇ ਸਿੰਗਰ ਦੀ ਵੀ ਗੱਲ ਕਰਦੇ ਹਾਂ, ਜੇ ਸਾਨੂੰ ਕਿਸੇ ਦੇ ਵਿਚਾਰ ਨਹੀਂ ਜੱਚਦੇ ਤੇ ਤੁਸੀਂ ਉਹਨਾਂ ਨੂੰ ਫੋਲੋ ਨਾ ਕਰੋ, ਤੁਸੀਂ ਉਹਨਾਂ ਦੇ ਗਾਣੇ ਨਾ ਸੁਣੋ, ਠੀਕ ਹੈ ਨਾ, ਜਾਂ ਉਹਨਾਂ ਦੇ ਰਸਤੇ ਤੇ ਨਾ। ਸਹੀ ਵਕਤ ਦੇ ਬੱਚਿਆਂ ਦੀ ਕਾਉਂਸਲਿੰਗ ਕਰਵਾਈ ਜਾਵੇ, ਉਹਨਾਂ ਨੂੰ ਉੱਥੇ ਹੀ ਸਹੀ ਸਿੱਖਿਆ ਪ੍ਰਾਪਤ ਕਰਵਾਈ ਜਾਵੇ ਤੇ ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਕਈ ਜਾਨਾਂ ਬਚ ਸਕਦੀਆਂ ਸੀ। ਇਨਸਾਈਟਸ ਮੀਡੀਆ 21 'ਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਸਾਡੀ ਸੁਰੱਖਿਆ ਸਾਡੇ ਆਪਣੇ ਹੱਥ ਹੁੰਦੀ ਹੈ, ਔਰ ਜਦੋਂ ਅਸੀਂ ਜ਼ਿੰਮੇਵਾਰੀਆਂ ਦੂਸਰਿਆਂ ਨੂੰ ਦੇਣ ਲੱਗ ਜਾਂਦੇ ਹਾਂ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੋਤਾਹੀ ਵੀ ਹੋ ਜਾਂਦੀ ਹੈ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਸਾਡੀ ਜ਼ਿੰਦਗੀ ਦੇ ਵਿੱਚ ਵੀ ਆ ਜਾਂਦੀਆਂ ਨੇ। ਇਹ ਚੀਜ਼ਾਂ ਹਮੇਸ਼ਾ ਤੇ ਹਮੇਸ਼ਾ ਜ਼ਿਹਨ ਦੇ ਵਿੱਚ ਰਹਿਣੀਆਂ ਚਾਹੀਦੀਆਂ ਨੇ ਔਰ ਕਿਤੇ ਨਾ ਕਿਤੇ ਨਰਚਰ ਹੋਣੀਆਂ ਚਾਹੀਦੀਆਂ ਨੇ ਬਚਪਨ ਤੋਂ ਹੀ ਬੱਚਿਆਂ ਦੇ ਵਿੱਚ ਕਿ ਸੁਰੱਖਿਆ ਜਿਹੜਾ ਹੈ ਉਹ ਸਾਡਾ ਮਾਨਵੀ ਅਧਿਕਾਰ ਹੈ। ਲੇਕਿਨ ਜਦੋਂ ਅਸੀਂ ਸੁਰੱਖਿਆ ਦੀ ਗੱਲ ਕਰਦੇ ਹਾਂ, ਸੁਰੱਖਿਆ ਵਿੱਚ ਹੋ ਰਹੀਆਂ ਕੋਤਾਹੀਆਂ ਦੀ ਗੱਲ ਕਰਦੇ ਹਾਂ ਤੇ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਅਗਰਵਾਲ ਸਰ ਸਾਡੇ ਨਾਲ ਜੁੜੇ ਨੇ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸਰ ਦੇਖੋ, ਜਦੋਂ ਅਸੀਂ ਗੱਲ ਕਰਦੇ ਹਾਂ ਸੁਰੱਖਿਆ ਦੀ ਤੇ ਸੁਰੱਖਿਆ ਦੇ ਲਈ ਵਾਜਿਬ ਕਦਮ ਉਠਾਉਣੇ ਇੱਕ ਇਨਸਾਨ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਤੇ ਕਿੱਥੇ ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਨੇ ਜਦੋਂ ਅਸੀਂ ਆਪਣੀ ਸੁਰੱਖਿਆ ਨੂੰ ਹੀ ਦਾਅ ਤੇ ਲਗਾ ਦਿੰਦੇ ਹਾਂ। ਥੈਂਕ ਯੂ। ਦੇਖੋ, ਤੁਸੀਂ ਗੱਲ ਬਿਲਕੁਲ ਸਹੀ ਕੀਤੀ ਹੈ ਕਿ ਜਿੱਦਾਂ ਹੁਣ ਆਪਾਂ ਸੁਰੱਖਿਆ ਦੀ ਜੇ ਆਪਾਂ ਗੱਲ ਕਰਦੇ ਹਾਂ, ਹੈ ਨਾ, ਤੇ ਇੱਕ ਸੁਰੱਖਿਆ ਦੇਣਾ ਜਾਂ ਆਪਾਂ ਕਹੀਏ ਲੈਣਾ, ਇਹ ਸਿਰਫ ਸਰਕਾਰ ਦਾ ਹੀ ਨਹੀਂ ਕੰਮ ਹੈਗਾ ਕਿ ਵੀ ਸਿਰਫ ਸਰਕਾਰ ਹੀ ਸਾਨੂੰ ਸੁਰੱਖਿਆ ਪ੍ਰਦਾਨ ਕਰੇ। ਜੋ ਕਿ ਜੇ ਆਪਾਂ ਗੱਲ ਕਰੀਏ ਕੱਲ੍ਹ ਦੇ ਵਿਸ਼ੇ ਦੀ, ਹੈ ਨਾ, ਜੋ ਵੀ ਕੱਲ੍ਹ ਪੰਜਾਬ ਦੇ ਵਿੱਚ ਹੋਇਆ ਵਾ ਉਹ ਸਾਰਿਆਂ ਨੂੰ ਜਗ ਜ਼ਾਹਿਰ ਹੈ, ਠੀਕ ਹੈ ਨਾ। ਜੇ ਆਪਾਂ ਉਹਦੇ ਉੱਤੇ ਆਪਾਂ ਗੱਲ ਕਰੀਏ ਕਿ ਜਿਹੜਾ ਉਹਨਾਂ ਨੇ ਟੌਪਿਕ ਲਿਆ ਵਾ ਕਿ ਸਿਰਫ ਸਰਕਾਰ ਦੀ ਹੀ ਜ਼ਿੰਮੇਵਾਰੀ ਆ ਕਿ ਵੀ ਸਾਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਠੀਕ ਹੈ। ਸਰਕਾਰ ਨੂੰ ਜਿਹੜੀ ਸੁਰੱਖਿਆ ਸਰਕਾਰ ਨੇ ਦੇਣੀ, ਉਹ ਇੱਕ ਲਾਅ ਐਂਡ ਆਰਡਰ ਮੇਨਟੇਨ ਕਰਨਾ, ਉਹ ਉਹਨਾਂ ਦਾ ਇੱਕ ਫਰਜ਼ ਹੈਗਾ, ਠੀਕ ਹੈ ਨਾ, ਉਹਨਾਂ ਦੀ ਇੱਕ ਡਿਊਟੀ ਬਣਦੀ ਹੈ। ਬਟ ਜਿਹੜੀ ਅਸੀਂ ਆਪਣੀ ਸੁਰੱਖਿਆ ਦੀ ਆਪਾਂ ਜੇ ਗੱਲ ਕਰੀਏ ਤਾਂ ਉਹ ਸਾਡਾ ਆਪਣੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ ਸਾਡੇ ਆਪਣੇ ਪ੍ਰਤੀ। ਜੇ ਆਪਾਂ ਨੂੰ ਪਤਾ ਹੈ ਕਿ, ਹੈ ਨਾ, ਕਿ ਪਹਿਲਾਂ ਹੀ ਸਾਨੂੰ ਕਿ ਵੀ ਕਿਸੇ ਚੀਜ਼ ਤੋਂ ਖਤਰਾ ਚੱਲ ਰਿਹਾ ਹੈ ਤਾਂ ਸਾਨੂੰ ਉਸ ਚੀਜ਼ ਦਾ ਧਿਆਨ ਆਪਣੇ ਆਪ ਵੀ ਰੱਖਣਾ ਚਾਹੀਦਾ ਹੈ। ਸਾਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਹੈ, ਸਾਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਹੈ, ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਅਗਾਹ ਕਰਨਾ ਚਾਹੀਦਾ ਹੈ ਇਸ ਬਾਰੇ ਕਿ ਵੀ ਸਾਨੂੰ ਕੁਝ ਚੀਜ਼ ਦਾ ਸਾਨੂੰ ਜਾਨ ਦਾ ਖਤਰਾ ਚੱਲ ਰਿਹਾ ਹੈ। ਉਸ ਤੋਂ ਇਲਾਵਾ ਸੁਰੱਖਿਆ ਇਕੱਲਾ ਸਿਰਫ ਇੱਕ ਸਿਕਿਉਰਿਟੀ ਨੂੰ ਹੀ ਸੁਰੱਖਿਆ ਕਿਉਂ ਮੰਨਿਆ ਜਾਂਦਾ ਹੈ ਕਿ ਸਿਰਫ ਇੱਕ 2 ਗਨਮੈਨ ਜਾਂ 4 ਗਨਮੈਨ ਨੂੰ ਆਪਾਂ ਇੱਕ ਸੁਰੱਖਿਆ ਦਾ ਉਹ ਕਿਉਂ ਮੰਨਦੇ ਆ, ਹੈ ਨਾ। ਸੁਰੱਖਿਆ ਆਪਾਂ ਪਹਿਲਾਂ ਇਹੋ ਜਿਹੇ ਕੰਮ ਕਰਦੇ ਹੀ ਕਿਉਂ ਆ ਕਿ ਜੋ ਸਾਨੂੰ ਸੁਰੱਖਿਆ ਦੀ ਲੋੜ ਪਵੇ, ਹੈ ਨਾ। ਕਿਉਂ ਆਪਾਂ ਆਪਣੀ ਜਿਹੜੀ ਸੋਚ ਆ ਉਹਦੇ ਵਿੱਚ ਪਰਿਵਰਤਨ ਲੈ ਕੇ ਨਹੀਂ ਆਉਂਦੇ। ਸੋ ਬਿਲਕੁਲ ਸਹੀ ਗੱਲ ਹੈ ਕਿ ਪਰਿਵਰਤਨ ਜਿਹੜਾ ਹੈ ਉਹ ਸੋਚ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ, ਲੇਕਿਨ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਆਪਣੀ ਹੀ ਬਣਦੀ ਹੈ। ਸੁਰੱਖਿਆ ਜਿਹੜੀ ਹੈ ਉਹ ਸਾਡੇ ਆਪਣੀ ਜ਼ਿੰਮੇਵਾਰੀ ਵੀ ਬਣਦੀ ਹੈ। ਇਹੀ ਵਿਸ਼ਾ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਅਸੀਂ ਰੂਬਰੂ ਹੋਏ ਹਾਂ। ਸੋ ਇਸ ਦੇ ਨਾਲ ਨਾਲ ਅਗਲੀ ਗੱਲ ਜੇ ਅਸੀਂ ਕਰਦੇ ਹਾਂ ਤੇ ਸਾਡੇ ਵਿਚਾਰ ਜਿਹੜੇ ਨੇ, ਅਸੀਂ ਮੰਨਦੇ ਹਾਂ ਕਿ ਵਿਚਾਰ ਇਹ ਮੰਨਣਾ ਵੀ ਨਹੀਂ ਹੈ, ਇਹ ਸੱਚਾਈ ਹੈ, ਜਗ ਜ਼ਾਹਰ ਹੈ ਕਿ ਜਿਹੜੇ ਵਿਚਾਰ ਨੇ ਉਹ ਸਾਰਿਆਂ ਦੇ ਵੱਖਰੇ ਵੱਖਰੇ ਹੁੰਦੇ ਨੇ। ਹਰ ਕੋਈ ਆਪਣੀ ਸੋਚ ਦਾ ਮਾਲਿਕ ਹੁੰਦਾ ਹੈ ਔਰ ਇਹ ਚੀਜ਼ਾਂ ਅਸੀਂ ਕਿਉਂ ਇਸ ਚੀਜ਼ ਨੂੰ ਇੰਨਾ ਜ਼ਿਆਦਾ ਹਾਵੀ ਬਣਾ ਲੈਂਦੇ ਹਾਂ ਕਿ ਅਸੀਂ ਦੂਸਰਿਆਂ ਦੀ ਸੋਚ ਨੂੰ ਅਸੈਪਟ ਨਹੀਂ ਕਰ ਸਕਦੇ। ਪ੍ਰਵਾਨਗੀ ਸਾਨੂੰ ਦੇਣਾ ਜਿਹੜਾ ਹੈ ਉਹ ਬਿਲਕੁਲ ਸਹੀ ਨਹੀਂ ਲੱਗਦਾ। ਅਸੀਂ ਆਪਣੀ ਸੋਚ ਦੂਸਰਿਆਂ ਦੇ ਉੱਪਰ ਥੋਪਣਾ ਚਾਹੁੰਦੇ ਹਾਂ। ਸੋ ਇਹੀ ਸੋਚ ਕਰਕੇ ਕਿ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਦੋਂ ਅਸੀਂ ਦੂਸਰਿਆਂ ਦੀ ਸੋਚ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿੰਦੇ, ਆਪਣੀ ਸੋਚ ਨੂੰ ਦੂਸਰਿਆਂ ਦੇ ਉੱਪਰ ਹਾਵੀ ਨਹੀਂ ਹੋਣ ਦਿੰਦੇ ਜਾਂ ਫਿਰ ਹੋਣ ਦਿੰਦੇ ਹਾਂ। ਮਤਲਬ ਇਹ ਕਿਹੜੀ ਕੰਟਰੋਵਰਸੀ ਸਾਡੇ ਦਿਮਾਗ ਦੇ ਵਿੱਚ ਚੱਲਦੀ ਹੈ ਜਿਹਦੇ ਕਰਕੇ ਸਾਰੀਆਂ ਮੁਸ਼ਕਿਲਾਂ ਲੱਗਦਾ ਹੈ ਕਿ ਸਾਹਮਣੇ ਆ ਰਹੀਆਂ ਨੇ। ਬਿਲਕੁਲ ਤੁਸੀਂ ਠੀਕ ਕਿਹਾ ਹੈ ਕਿ ਜਿੱਦਾਂ ਕਿ ਜਿਹੜੇ ਆਪਣੇ ਵਿਚਾਰ ਆ, ਹੈ ਨਾ, ਉਹ ਹਰ ਇਨਸਾਨ ਦੇ ਵਿਚਾਰ ਆਪਣੇ ਅਲੱਗ-ਅਲੱਗ ਹੁੰਦੇ ਆ। ਇਹ ਜ਼ਰੂਰੀ ਨਹੀਂ ਕਿ ਸਾਨੂੰ ਹਰ ਇੱਕ ਦੇ ਵਿਚਾਰ ਅੱਛੇ ਲੱਗਣ। ਮਤਲਬ ਆਪਾਂ ਲੋਕਾਂ ਦੀ ਕੀ ਗੱਲ ਕਰਨੀ, ਕਈ ਵਾਰ ਸਾਨੂੰ ਆਪਣੇ ਘਰ ਦੇ ਵਿੱਚ ਵੀ ਆਪਣੇ ਮਾਤਾ ਪਿਤਾ, ਆਪਣੇ ਭੈਣ ਭਰਾ ਦੇ ਹੀ ਵਿਚਾਰ ਨਾਲ ਅਸੀਂ ਨਹੀਂ ਸਹਿਮਤ ਹੁੰਦੇ, ਹੈ ਨਾ। ਬਟ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਹਨਾਂ ਨਾਲ ਕੋਈ ਦੁਸ਼ਮਣੀ ਪਾਲ ਲਈਏ ਜਾਂ ਉਹਨਾਂ ਬਾਰੇ ਆਪਾਂ ਕੋਈ ਗਲਤ ਕੋਈ ਗੱਲ ਕਰੀਏ, ਹੈ ਨਾ। ਅਤੇ ਅੱਜ ਦੇ ਟਾਈਮ ਦੇ ਵਿੱਚ ਬੇਸ਼ੱਕ ਅਸੀਂ ਕਿਸੇ ਸਿੰਗਰਸ ਦੀ ਗੱਲ ਕਰ ਲਈਏ ਜਾਂ ਕਿਸੇ ਪੋਲੀਟੀਸ਼ੀਅਨਸ ਦੀ ਗੱਲ ਕਰ ਲਈਏ, ਕਿਸੇ ਦੀ ਵੀ ਗੱਲ ਕਰ ਲਈਏ, ਹੈ ਨਾ, ਉਹਦੇ ਵਿੱਚ ਜੇ ਆਪਾਂ ਨੂੰ ਕਿਸੇ ਦੇ ਕੋਈ ਵਿਚਾਰ ਨਹੀਂ ਜੱਚਦੇ, ਜੇ ਆਪਾਂ ਹੁਣ ਕੱਲ੍ਹ ਦੀ ਗੱਲ ਕਰੀਏ, ਆਪਾਂ ਜੇ ਕਿਸੇ ਸਿੰਗਰ ਦੀ ਵੀ ਗੱਲ ਕਰਦੇ ਹਾਂ, ਜੇ ਸਾਨੂੰ ਕਿਸੇ ਦੇ ਵਿਚਾਰ ਨਹੀਂ ਜੱਚਦੇ ਤਾਂ ਤੁਸੀਂ ਉਹਨਾਂ ਨੂੰ ਫੋਲੋ ਨਾ ਕਰੋ, ਤੁਸੀਂ ਉਹਨਾਂ ਦੇ ਗਾਣੇ ਨਾ ਸੁਣੋ, ਠੀਕ ਹੈ ਨਾ, ਜਾਂ ਉਹਨਾਂ ਦੇ ਰਸਤੇ 'ਤੇ ਨਾ ਚੱਲੋ। ਬਟ ਕੀ ਇਹ ਸਹੀ ਆ ਕਿ ਜੇ ਤੁਹਾਨੂੰ ਕਿਸੇ ਦੇ ਵਿਚਾਰ ਨਹੀਂ ਜੱਚਦੇ ਤਾਂ ਆਪਾਂ ਕੱਲ੍ਹ ਨੂੰ ਉਹਨੂੰ ਜਾਨੋਂ ਮਰਵਾ ਦਈਏ, ਠੀਕ ਹੈ ਨਾ ਜੀ। ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਆਪਣੀ ਸੋਚ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਸੋਚ ਦੇ ਵਿੱਚ ਪਰਿਵਰਤਨ ਲਿਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ। ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਆਪਾਂ ਨੂੰ ਲੱਗਦਾ ਵੀ ਕੋਈ ਬੰਦਾ ਕਿਸੇ ਚੀਜ਼ ਨੂੰ ਲੈ ਕੇ ਸਮਝੋ ਵੀ ਉਹ, ਜਿੱਦਾਂ ਹੁਣ ਕਈ ਲੋਕ ਕਹਿ ਰਹੇ ਸੀ
ਵੀ ਉਹ ਹਥਿਆਰਾਂ ਨੂੰ ਪ੍ਰਮੋਟ ਕਰਦਾ ਜਾਂ ਕੁਝ ਕਰਦਾ। ਜੇ ਤੁਹਾਨੂੰ ਇਹ ਚੀਜ਼ ਲੱਗਦੀ ਆ, ਤੁਸੀਂ ਆਪਣੇ ਕਲਚਰਲ ਪ੍ਰੋਗਰਾਮ ਵਧਾਓ, ਤੁਸੀਂ ਆਪਣੇ ਉਹਨੂੰ ਇੰਨੇ ਹਿੱਟ ਕਰੋ ਕਿ ਲੋਕਾਂ ਦਾ ਰੁਝਾਨ ਤੁਹਾਡੇ ਵੱਲ ਜ਼ਿਆਦਾ ਹੋ ਜਾਏ। ਤੁਸੀਂ ਇਸ ਚੀਜ਼ 'ਤੇ ਕਿਉਂ ਜ਼ੋਰ ਲਾਉਂਦੇ ਹੋ ਕਿ ਵੀ ਉਹਨੂੰ ਆਪਾਂ ਬੰਦ ਕਰਾਈਏ, ਹੈ ਨਾ, ਉਹਨੂੰ ਰੋਕੀਏ? ਤੁਸੀਂ ਲੋਕਾਂ ਨੂੰ ਰੋਕਣ 'ਤੇ ਆਪਾਂ ਕਿਉਂ ਜਾ ਰਹੇ ਹਾਂ? ਆਪਾਂ ਆਪਣੇ ਆਪ ਨੂੰ ਅੱਗੇ ਲੈ ਕੇ ਜਾਓ। ਅਤੇ ਜੇ ਅਗਲਾ ਆਪਣੀ ਮਿਹਨਤ ਨਾਲ ਅੱਗੇ ਵੱਧ ਰਿਹਾ ਤਾਂ ਠੀਕ ਹੈ, ਤੁਸੀਂ ਉਹਨੂੰ ਪ੍ਰੇਜ਼ ਨਹੀਂ ਕਰ ਸਕਦੇ ਤਾਂ, ਬਟ ਉਹਦੇ ਬਾਰੇ ਆਪਾਂ ਨੂੰ ਨੈਗੇਟਿਵ ਵੀ ਨਹੀਂ ਬੋਲਣਾ ਚਾਹੀਦਾ। ਬਿਲਕੁਲ, ਬਹੁਤ ਵਧੀਆ ਵਿਚਾਰ ਜਿਹੜੇ ਨੇ ਉਹ ਅਸੀਂ ਜਿਹੜੇ ਹੈ ਉਹ ਤੁਹਾਡੇ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਸਰ ਦੇ ਥਰੂ ਸਾਂਝੇ ਕੀਤੇ ਜਾਣ। ਸੋ ਅਗਲੀ ਗੱਲ ਜਿਹੜੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖਣਾ ਚਾਹਾਂਗੇ ਕਿ ਪੈਰੈਂਟਸ ਜਿਹੜੇ ਨੇ, ਅਸੀਂ ਮੰਨਦੇ ਹਾਂ ਹੋਮ ਇਜ਼ ਦਾ ਫਰਸਟ ਸਕੂਲ ਐਂਡ ਪੈਰੈਂਟਸ ਆਰ ਦਾ ਫਰਸਟ ਟੀਚਰਸ, ਔਰ ਇਸ ਦੇ ਨਾਲ ਯੋਗਦਾਨ ਜਿਹੜਾ ਹੈ ਪੈਰੈਂਟਸ ਦਾ ਬਹੁਤ ਹੀ ਜ਼ਿਆਦਾ ਹੁੰਦਾ ਹੈ ਬੱਚਿਆਂ ਦੀ ਨਰਚਰੈਂਸ ਦੇ ਉੱਪਰ। ਸੋ ਇਹ ਜਿਹੜੀ ਗੱਲਬਾਤ ਹੈ, ਇਹ ਵਿਚਾਰਧਾਰਾ ਹੈ ਕਿ ਪੈਰੈਂਟਸ ਦੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣਦੀ ਹੈ। ਸੋ ਕਿਹੜੀਆਂ ਜ਼ਿੰਮੇਵਾਰੀਆਂ, ਵੈਸੇ ਤਾਂ ਹਰ ਕੋਈ ਪੈਰੈਂਟ ਆਪਣੀ ਪੂਰੀ ਜ਼ਿੰਮੇਵਾਰੀ ਨਿਭਾ ਰਿਹਾ ਹੁੰਦਾ, ਲੇਕਿਨ ਫਿਰ ਵੀ ਕਿਤੇ ਜਿਹੜੀ ਹੈ ਉਹ ਕਮੀ ਰਹਿ ਜਾਂਦੀ ਹੈ। ਕਿਹੜੀਆਂ ਕਮੀਆਂ ਪੇਸ਼ੀਆਂ ਨੇ ਜਿਹੜੀਆਂ ਕਿ ਇੰਨੇ ਵੱਡੇ ਸਤਰ 'ਤੇ ਕੋਈ ਬੱਚਾ ਜਿਹੜਾ ਟੀਨੇਜਰ ਹੈ ਉਹ ਮੁਸ਼ਕਿਲਾਂ ਖੜੀਆਂ ਵੀ ਕਰ ਰਿਹਾ, ਆਪਣੀ ਜ਼ਿੰਦਗੀ 'ਚ ਵੀ ਪੈਦਾ ਕਰ ਰਿਹਾ, ਦੂਸਰਿਆਂ ਲਈ ਵੀ ਖੜੀਆਂ ਕਰ ਰਿਹਾ। ਸੋ ਪੈਰੈਂਟਸ ਜਿਹੜੇ ਨੇ ਉਹ ਕੀ ਕਰ ਸਕਦੇ ਨੇ ਤੇ ਕਮੀਆਂ ਕਿੱਥੇ ਰਹਿ ਜਾਂਦੀਆਂ ਨੇ? ਬਿਲਕੁਲ ਠੀਕ ਕਿਹਾ ਜੀ ਤੁਸੀਂ ਕਿ ਜਿਹੜੇ ਪੇਰੈਂਟਸ ਆ, ਹੈ ਨਾ, ਉਹਨਾਂ ਦਾ ਬਹੁਤ ਹੀ ਅਹਿਮ ਰੋਲ ਹੁੰਦਾ। ਮਤਲਬ ਮੈਂ ਤੁਹਾਡੇ ਨਾਲ ਇਹ ਗੱਲ ਕਹਿਣਾ ਚਾਹੁੰਦਾ ਕਿ ਪੇਰੈਂਟਸ ਦੇ ਨਾਲ, ਜੋ ਮੈਂ ਮੰਨਦਾ, ਪੇਰੈਂਟਸ ਦੇ ਨਾਲ ਟੀਚਰਸ ਦਾ ਵੀ ਬਹੁਤ ਅਹਿਮ ਰੋਲ ਪਲੇ ਹੁੰਦਾ, ਕਿਉਂਕਿ ਬੱਚਾ ਜਦੋਂ ਵੱਡਾ ਹੁੰਦਾ ਉਹਦਾ ਮੈਕਸਿਮਮ ਟਾਈਮ ਜਾਂ ਘਰ ਨਿਕਲਦਾ ਪੇਰੈਂਟਸ ਦੇ ਨਾਲ, ਜਾਂ ਉਹਦਾ ਟਾਈਮ ਨਿਕਲਦਾ ਉਹਦੇ ਟੀਚਰਸ ਦੇ ਨਾਲ, ਹੈ ਨਾ, ਜਾਂ ਸਕੂਲ ਦੇ ਵਿੱਚ ਟਾਈਮ ਕੱਢਦਾ, ਜਾਂ ਬੇਸ਼ੱਕ ਉਹਨੂੰ ਆਪਾਂ ਟਿਊਸ਼ਨਸ ਦੇ ਵਿੱਚ ਸਮਝੀਏ, ਬਟ ਉਹਦਾ ਟਾਈਮ ਜਾਂ ਪੇਰੈਂਟਸ ਅਤੇ ਜਾਂ ਉਹਦਾ ਟਾਈਮ ਟੀਚਰਸ ਦੇ ਨਾਲ ਨਿਕਲਦਾ। ਅਤੇ ਪੇਰੈਂਟਸ ਅਤੇ ਟੀਚਰਸ ਦੋਨੋਂ ਹੀ ਇੱਕ ਬੱਚੇ ਦੀ ਲਾਈਫ 'ਚ ਰੋਲ ਮਾਡਲ ਹੁੰਦੇ ਆ, ਹੈ ਨਾ। ਅਤੇ ਇਹ ਉਹਨਾਂ ਦਾ ਇੱਕ, ਚਲੋ ਆਪਾਂ ਜਿੱਦਾਂ ਤੁਸੀਂ ਕਿਹਾ ਵੀ ਹਰ ਪੇਰੈਂਟਸ ਆਪਣੇ ਪੂਰੀ ਕੋਸ਼ਿਸ਼ ਕਰਦੇ ਆ, ਬਟ ਦੇਖੋ ਜਦੋਂ ਇੱਕ ਬੱਚਾ ਵੱਡਾ ਹੁੰਦਾ ਹੈ ਨਾ, ਹਰ ਬੱਚਾ ਇੱਕ ਬਰਾਬਰ ਨਹੀਂ ਹੈਗਾ। ਬਾਹਰਲੇ ਨੂੰ ਜਾਂ ਕਿਸੇ ਇੱਕ ਸੈਕਿੰਡ ਪਰਸਨ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਬੱਚਾ ਵੱਡੇ ਹੋ ਕੇ ਕਿੱਦਾਂ ਬਣ ਰਿਹਾ ਜਾਂ ਕਿਉਂ ਬਣ ਗਿਆ, ਬਟ ਪੇਰੈਂਟਸ ਨੂੰ ਘਰ ਬੈਠੇ ਪਤਾ ਹੁੰਦਾ। ਪੇਰੈਂਟਸ ਮੰਨਣ ਜਾਂ ਨਾ ਮੰਨਣ, ਉਹਨਾਂ ਨੂੰ ਇਹ ਗੱਲ ਦਾ ਪਤਾ ਹੁੰਦਾ ਵਾ ਪਹਿਲੇ ਦਿਨ ਤੋਂ ਕਿ ਜੋ ਸਾਡਾ ਬੱਚਾ ਵਾ, ਕਿ ਉਹ ਸਾਡਾ ਬੱਚਾ ਸ਼ਾਰਟ ਟੈਂਪਰ ਆ, ਜਾਂ ਸਾਡੇ ਬੱਚੇ ਦੇ ਵਿੱਚ ਆਹ ਕਮੀਆਂ ਹੈਗੀਆਂ, ਬਟ ਉਹ ਉਹਨੂੰ ਇਹ ਸੋਚ ਕੇ ਛੱਡ ਦਿੰਦੇ ਆ ਵੀ ਕੋਈ ਗੱਲ ਨਹੀਂ, ਵੱਡੇ ਹੋ ਕੇ ਸੁਧਰ ਜਾਊਗਾ। ਜੋ ਸਾਡੇ ਇੱਥੋਂ ਦੀ ਇੱਕ ਲੈਂਗੁਏਜ ਆ ਪੰਜਾਬੀ ਦੇ ਵਿੱਚ, ਸੁਸਾਇਟੀ ਦੀ ਥਿੰਕਿੰਗ ਆ ਕਹਿ ਲਓ ਵੀ ਇਹ ਨਹੀਂ, ਕੋਈ ਗੱਲ ਨਹੀਂ, ਹਜੇ ਛੋਟਾ ਆ ਜੀ, ਵੱਡੇ ਹੋ ਕੇ ਸੁਧਰ ਹੀ ਜਾਊਗਾ, ਕੋਈ ਚੱਕਰ ਨਹੀਂ। ਬਟ ਵੱਡੇ ਹੋ ਕੇ ਜੇ ਉਹਨੂੰ ਉੱਥੇ ਸਟਾਪ ਆਪਾਂ ਨਹੀਂ ਲਾਉਂਦੇ, ਉਹ ਵੱਡੇ ਹੋ ਕੇ ਇਹੋ ਜਿਹੇ ਮੁਕਾਮ 'ਤੇ ਪਹੁੰਚ ਜਾਂਦਾ ਜਿਹਦਾ ਕਿ ਰਿਜ਼ਲਟ ਜੋ ਆਪਾਂ ਕੱਲ੍ਹ ਦੇਖਿਆ, ਇਹ ਜਾਂ ਆਪਾਂ ਬੀਤੀ ਦਿਨੇ ਦੇਖਦੇ ਪਏ ਹਾਂ ਵੀ ਕਦੇ ਕੋਈ ਕਬੱਡੀ ਖਿਡਾਰੀ ਸਾਡੇ ਜਾਂ ਕੁਛ ਨਾ ਕੁਛ, ਕਿਉਂਕਿ ਇਹ ਨਹੀਂ ਕਿ ਜਿਨ੍ਹਾਂ ਨੂੰ ਹੋ ਰਿਹਾ, ਜਿਹੜੇ ਕਰ ਰਹੇ ਆ ਉਹ ਵੀ ਤਾਂ ਕਿਸੇ ਮਾਂ ਦੇ ਬੱਚੇ ਹੀ ਆ ਨਾ। ਉਹਨਾਂ ਨੂੰ ਜੇ ਆਪਾਂ ਇੱਕ ਭਲੇ ਟਾਈਮ ਰੋਕਿਆ ਹੁੰਦਾ, ਵੀ ਉਹਨਾਂ ਨੂੰ ਸਮਝਾਈ ਹੁੰਦੀ ਹੈ ਗੱਲ ਕਿ ਵੀ ਜਿਸ ਟਾਈਮ ਤੁਹਾਨੂੰ ਕੋਈ ਚੀਜ਼ ਨਹੀਂ ਵੀ ਪਸੰਦ ਆ ਰਹੀ, ਤਾਂ ਜ਼ਰੂਰੀ ਨਹੀਂ ਕਿ ਵੀ ਤੁਹਾਨੂੰ ਹਰ ਬੰਦੇ ਦੀ ਸੋਚ ਪਸੰਦ ਆਵੇ, ਤੁਹਾਨੂੰ ਨਹੀਂ ਉਹ ਜੱਚ ਰਿਹਾ ਤੇ ਉਹਨੂੰ ਉੱਥੇ ਸਟਾਪ ਲਾਇਆ ਜਾਵੇ। ਇਹੀ ਮੈਂ ਕਹਿਣਾ ਚਾਹ ਰਿਹਾ ਕਿ ਅੱਜ ਦਾ ਦਿਨ ਦੇ ਵਿੱਚ, ਅੱਜ ਦੇ ਟਾਈਮ ਦੇ ਵਿੱਚ ਬੱਚਿਆਂ ਦੀ ਕਾਉਂਸਲਿੰਗ ਕਰਾਈ ਜਾ ਸਕਦੀ ਆ, ਠੀਕ ਹੈ ਨਾ। ਤੁਸੀਂ ਆਪ ਕਾਉਂਸਲਿੰਗ ਕਰੋ, ਬੱਚਿਆਂ ਦੇ ਦੋਸਤ ਬਣੋ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਚੀਜ਼ 'ਚ ਥੋੜ੍ਹੇ ਜਿਹੇ, ਜੇ ਤੁਹਾਨੂੰ ਲੱਗਦਾ ਕਿ ਕਿਸੇ ਤਰੀਕੇ ਵੀ ਤੁਸੀਂ ਆਪ ਬੱਚੇ ਦੀ ਕਾਉਂਸਲਿੰਗ ਹਜੇ ਨਹੀਂ ਕਰ ਪਾ ਰਹੇ, ਜਾਂ ਤੁਸੀਂ ਜਾਂ ਬੱਚੇ ਇੱਕ ਦੂਜੇ ਨਾਲ ਆਪਣਾ ਇੰਨਾ ਤੁਹਾਡਾ ਕੰਫਰਟ ਜ਼ੋਨ ਹਜੇ ਨਹੀਂ ਬਣ ਪਾ ਰਿਹਾ, ਤੇ ਤੁਸੀਂ ਸਾਈਕੈਟਰਿਸਟ ਕੋਲੋਂ ਜਾਂ ਡਾਕਟਰਸ ਕੋਲੋਂ, ਹੈ ਨਾ, ਉੱਥੇ ਤੁਸੀਂ ਬੱਚੇ ਦੀ ਕਾਉਂਸਲਿੰਗ ਕਰਵਾਓ। ਅਤੇ ਬਟ ਜਿਹੜੀ ਚੀਜ਼, ਇੱਕ ਹਰ ਚੀਜ਼ ਦਾ ਇੱਕ ਵਕਤ ਹੁੰਦਾ, ਜਿੱਦਾਂ ਆਪਾਂ ਕਹਿੰਦੇ ਹਾਂ ਨਾ ਵੀ ਹਰ ਚੀਜ਼ ਦਾ ਇੱਕ ਸਹੀ ਵਕਤ ਹੁੰਦਾ। ਜੇ ਆਪਾਂ ਸਹੀ ਵਕਤ 'ਤੇ ਬੱਚਿਆਂ ਦੀ ਕਾਉਂਸਲਿੰਗ ਕਰਵਾਈ ਜਾਵੇ, ਉਹਨਾਂ ਨੂੰ ਉੱਥੇ ਹੀ ਸਹੀ ਸਿੱਖਿਆ ਪ੍ਰਾਪਤ ਕਰਵਾਈ ਜਾਵੇ, ਤੇ ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਕਈ ਜਾਨਾਂ ਬਚ ਸਕਦੀਆਂ ਸੀ। ਇਹ ਗੱਲ ਬਿਲਕੁਲ ਸਹੀ ਹੈ ਕਿ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵ। ਜਦੋਂ ਅਸੀਂ ਆਪਣੀ ਮਦਦ ਆਪਣੇ ਆਪ ਸ਼ੁਰੂ ਕਰ ਦਿੰਦੇ ਹਾਂ ਕਰਨੀ, ਤੇ ਕਿਤੇ ਨਾ ਕਿਤੇ ਸਾਨੂੰ ਬਹੁਤ ਹੀ ਜ਼ਿਆਦਾ ਸੰਤੁਲਿਤ ਜ਼ਿੰਦਗੀ ਜਿਹੜੀ ਹੈ ਉਹ ਜਿਉਣ ਲਈ ਮੌਕਾ ਮਿਲ ਜਾਂਦਾ ਹੈ, ਔਰ ਇਹ ਮੌਕਾ ਅਸੀਂ ਹੱਥੋਂ ਗਵਾਉਂਦੇ ਹਾਂ। ਇਸੇ ਕਰਕੇ ਹੀ ਬਹੁਤ ਸਾਰੀਆਂ ਘਟਨਾਵਾਂ ਸਾਡੀ ਜ਼ਿੰਦਗੀ ਦੇ ਵਿੱਚ ਵਾਪਰਦੀਆਂ ਨੇ। ਔਰ ਜਦੋਂ ਅਸੀਂ ਸੰਤੁਲਨ ਦੀ ਗੱਲ ਕਰਦੇ ਹਾਂ, ਹਰ ਐਕਸ਼ਨ ਜਿਹੜਾ ਹੈ ਉਹਦੇ ਉੱਪਰ ਰਿਐਕਸ਼ਨ ਹੋਣਾ ਬਿਲਕੁਲ ਵੀ ਜ਼ਰੂਰੀ ਨਹੀਂ ਹੈ। ਇਹੀ ਇੱਕ ਸੰਤੁਲਿਤ, ਇੱਕ ਬੈਲੈਂਸਡ ਪਰਸਨੈਲਿਟੀ ਦੀ ਜਿਹੜੀ ਹੈ ਉਹ ਬਹੁਤ ਵੱਡੀ ਪਹਿਚਾਣ ਹੈ। ਔਰ ਸਿੱਖਣਾ
ਸਿੱਖਣਾ ਚਾਹੀਦਾ ਹੈ ਬਚਪਨ ਤੋਂ ਹੀ ਚੀਜ਼ਾਂ ਜਿਹੜੀਆਂ ਨੇ। ਬਿਲਕੁਲ ਸਹੀ ਕਿਹਾ ਮੋਹਿਤ ਸਰ ਤੁਸੀਂ ਕਿ ਸਾਨੂੰ ਬਚਪਨ ਤੋਂ ਹੀ ਸਾਰੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਔਰ ਆਉਣ ਵਾਲੀ ਜਨਰੇਸ਼ਨ ਨੂੰ ਵੀ ਆਗਾਹ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਮੁਸ਼ਕਿਲਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆ ਸਕਦੀਆਂ ਨੇ, ਦੋਸਤ ਕਿਵੇਂ ਬਣਿਆ ਜਾ ਸਕਦਾ ਹੈ, ਪੈਰੈਂਟਸ ਜਿਹੜੇ ਨੇ ਬੱਚਿਆਂ ਦਾ ਦੋਸਤ ਕਿਵੇਂ ਬਣ ਸਕਦੇ ਨੇ, ਔਰ ਟੀਚਰਸ ਜਿਹੜੇ ਨੇ ਉਹ ਆਪਣੇ ਗੈਪ ਨੂੰ ਸਟੂਡੈਂਟਸ ਦੇ ਨਾਲ ਮੇਨਟੇਨ ਕਰਕੇ ਰੱਖਣ। ਜਿਵੇਂ ਕਿ ਪੁਰਾਣੇ ਸਮੇਂ ਦੇ ਵਿੱਚ ਸੀਗਾ, ਇਹ ਗੈਪਸ ਬਹੁਤ ਘਟ ਰਹੇ ਨੇ, ਜਿਸ ਕਰਕੇ ਸਭ ਤੋਂ ਪਹਿਲਾਂ ਰਿਸਪੈਕਟ ਘਟ ਰਹੀ ਹੈ ਔਰ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਸੋ ਇਹ ਡਰ ਖਤਮ ਹੋ ਰਿਹਾ ਹੈ। ਇਸ ਡਰ ਨੂੰ ਖਤਮ ਹੋਣ ਦਾ ਕਾਰਨ ਅਸੀਂ ਕੀ ਮੰਨਦੇ ਹਾਂ ਬੱਚਿਆਂ ਦੇ ਵਿੱਚ ਖਾਸ ਕਰਕੇ, ਔਰ ਕਿਹੜੀ ਇਹੋ ਜਿਹੇ ਗੈਪਸ ਰਹਿ ਜਾਂਦੇ ਨੇ ਜਿਨ੍ਹਾਂ ਕਰਕੇ ਇਹ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਨੇ? ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਜਿਹੜੀ ਆਪਾਂ ਗੈਪ ਦੀ ਗੱਲ ਕਰ ਰਹੇ ਹਾਂ, ਜਿਹੜਾ ਕਮਿਊਨੀਕੇਸ਼ਨ ਗੈਪ ਆ ਰਿਹਾ ਨਾ, ਪਹਿਲਾਂ ਸਭ ਤੋਂ ਪਹਿਲਾਂ ਜਿੱਦਾਂ ਆਪਾਂ ਪੇਰੈਂਟਸ ਜਾਂ ਟੀਚਰਸ ਦੀ ਗੱਲ ਕੀਤੀ, ਉਹ ਗੱਲ ਨੂੰ ਮੈਂ ਇੱਥੇ ਕੁਝ ਜੋੜਨਾ ਚਾਹਾਂਗਾ ਕਿ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਦੇ ਨਾਲ ਉਹਨਾਂ ਕੋਲ ਟਾਈਮ ਹੀ ਹੈ ਨਹੀਂ, ਹੈ ਨਾ, ਕਿ ਉਹ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰ ਸਕਣ ਜਾਂ ਉਹਨਾਂ ਨੂੰ ਇਹ ਚੀਜ਼ਾਂ ਦੇ ਰਿਗਾਰਡਿੰਗ ਅਵੇਅਰ ਕਰਾ ਸਕਣ। ਅਤੇ ਇਹ ਚੀਜ਼ਾਂ ਦਾ ਆਪਣਾ ਜੋ ਪੇਰੈਂਟਸ ਨੂੰ ਬੱਚਿਆਂ ਦੇ ਨਾਲ ਇੱਕ ਕਮਿਊਨੀਕੇਸ਼ਨ ਜਿਹੜਾ ਗੈਪ ਹੈ, ਸਭ ਤੋਂ ਪਹਿਲਾਂ ਤਾਂ ਕਮਿਊਨੀਕੇਸ਼ਨ ਗੈਪ ਖਤਮ ਕਰਨਾ ਚਾਹੀਦਾ ਹੈ, ਠੀਕ ਹੈ ਨਾ। ਉਹਦੇ ਵਿੱਚੋਂ ਬੱਚਿਆਂ ਨੂੰ ਪਹਿਲਾਂ ਦੋਸਤ ਬੱਚਿਆਂ ਨੂੰ ਅਵੇਅਰਨੈਸ ਕਰਾਉਣ ਕਿ ਕੀ ਉਹਨਾਂ ਲਈ ਸਹੀ ਹੈ, ਕੀ ਗਲਤ ਹੈ। ਬੱਚਿਆਂ ਨੂੰ ਅੱਜ ਕੱਲ੍ਹ ਸਹੀ ਗਲਤ ਉਹਨਾਂ ਨੂੰ ਸਿਰਫ ਮੋਬਾਈਲ 'ਤੇ ਆਪਣਾ ਗੇਮਸ ਜਾਂ ਆਪਾਂ ਕੁਝ ਵੀ ਸੋਸ਼ਲ ਮੀਡੀਆ ਕਹਿ ਲਓ, ਵੀ ਜੋ ਬੱਚੇ ਇਹਦੇ ਵਿੱਚ ਬਿਜ਼ੀ ਹੋਏ ਪਏ ਆ, ਉਹ ਸਿਰਫ ਇਹਦੇ ਹੀ ਇਸ ਤੋਂ ਉੱਪਰ ਉਹਨਾਂ ਦੀ ਜ਼ਿੰਦਗੀ ਹੀ ਨਹੀਂ ਰਹਿ ਗਈ। ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਸ਼ਾਰਟ ਟੈਂਪਰ ਹੁੰਦਾ, ਕੀ ਪੇਸ਼ੈਂਸ ਲੈਵਲ ਇੱਕ ਪਹਿਲੇ ਜ਼ਮਾਨੇ 'ਚ ਹੁੰਦਾ ਸੀ, ਵੀ ਪੇਸ਼ੈਂਸ ਲੈਵਲ ਸਾਡਾ ਬੱਚਿਆਂ ਦਾ ਬਿਲਕੁਲ ਜਿਹੜਾ ਦਿਨ ਬ ਦਿਨ ਖਤਮ ਹੋਈ ਜਾ ਰਿਹਾ। ਪੇਰੈਂਟਸ ਨੂੰ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਆ। ਦੂਜੀ ਗੱਲ ਕਿ ਕਦੀ ਵੀ ਜੇ ਆਪਾਂ ਕੋਈ ਅੱਜ ਦਾ ਟਾਈਮ 'ਚ ਹੁਣ ਜਿੱਦਾਂ ਆਪਾਂ ਰੀਸੈਂਟਲੀ ਜੇ ਕੱਲ੍ਹ ਦੀ ਗੱਲ ਕਰੀਏ, ਅਤੇ ਉਸ ਬੰਦੇ ਨੇ, ਉਸ ਇੱਕ ਸਿੰਗਰ ਨੇ ਆਪਣੀ ਮਿਹਨਤ ਦੇ ਨਾਲ, ਠੀਕ ਹੈ, ਉਹ ਬਹੁਤ ਲੋਕ ਉਹਦੇ ਫੇਵਰ 'ਚ ਵੀ ਸੀ, ਬਹੁਤ ਲੋਕ ਉਹਦੇ ਅਗੇਂਸਟ ਵੀ ਸੀਗੇ, ਠੀਕ ਹੈ ਨਾ, ਬਟ ਉਸ ਬੰਦੇ ਨੇ ਆਪਣੀ ਮਿਹਨਤ ਦੇ ਨਾਲ ਅੱਜ ਜੋ ਵੀ ਇੱਕ ਮੁਕਾਮ ਹਾਸਿਲ ਕੀਤਾ ਸੀ, ਉਹ ਹੋ ਸਕਦਾ ਬਹੁਤ ਲੋਕਾਂ ਕੋਲੋਂ ਨਹੀਂ ਜ਼ਰਿਆ ਜਾ ਰਿਹਾ, ਠੀਕ ਹੈ ਨਾ। ਬਟ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਹੈ। ਇਹ ਚੀਜ਼ ਸਿਰਫ ਇਹੀ ਇੱਕ ਚੀਜ਼ ਜੋ ਇੱਕ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਕਿ ਇੱਕ ਲਾਈਫ ਦੀ ਵੈਲਿਊ ਕੀ ਹੈ, ਠੀਕ ਹੈ ਨਾ, ਕਿ ਸਾਡੇ ਕੋਲ ਕਿਸੇ ਦਾ ਰਾਈਟ ਨਹੀਂ ਹੈਗਾ ਕਿਸੇ ਦੀ ਲਾਈਫ ਖੋਹਣ ਦਾ, ਠੀਕ ਹੈ ਨਾ। ਜੋ ਮੈਂ ਸਮਝਦਾ, ਮੈਨੂੰ ਨਹੀਂ ਪਤਾ ਵੀ ਲੋਕੀ ਕੀ ਇਸ ਬਾਰੇ ਸੋਚਦੇ ਆ, ਪਰ ਮੇਰੇ ਜੋ ਵਿਚਾਰ ਆ, ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰਗਾ ਸਾਰਿਆਂ ਨੂੰ ਵੀ ਜੋ ਪੋਲੀਟੀਸ਼ੀਅਨਸ ਕੋਈ ਵੀ, ਅਸੀਂ ਕਿਸੇ ਪਾਰਟੀ ਨੂੰ ਜਾਂ ਕਿਸੇ ਦੇ ਬਾਰੇ ਅਸੀਂ ਕੋਈ ਗੱਲ ਨਹੀਂ ਕਰਦੇ, ਬਟ ਮੈਂ ਕਹਿਣਾ ਚਾਹੁੰਦਾ ਕਿ ਜੇ ਕੱਲ੍ਹ ਕੋਈ ਹਾਦਸਾ ਵਾਪਰਿਆ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹਨੇ ਇਹ ਹਾਦਸਾ ਕੀਤਾ ਸਾਨੂੰ ਉਹਨਾਂ ਨੂੰ ਫੜਨਾ ਚਾਹੀਦਾ, ਨਾ ਕਿ ਸਾਨੂੰ ਇਸ ਟਾਈਮ ਇੱਕ ਦੂਜੇ 'ਤੇ ਇਲਜ਼ਾਮ ਲਾਉਣੇ ਚਾਹੀਦੇ ਆ, ਠੀਕ ਹੈ ਨਾ। ਠੀਕ ਹੈ ਵੀ ਚਲੋ ਜੇ ਤੁਹਾਨੂੰ ਲੱਗਦਾ ਵੀ ਕੋਈ ਲਾਅ ਐਂਡ ਆਰਡਰ ਦੇ ਵਿੱਚ ਕੋਈ ਕਮੀ ਆ, ਤੇ ਚਲੋ ਉਸ ਚੀਜ਼ 'ਤੇ ਆਪਾਂ ਕੁਐਸਚਨ ਕਰ ਸਕਦੇ, ਉਹ ਸਾਰਿਆਂ ਨੂੰ ਇੱਕ ਆਪਣੇ ਕੋਲ ਇੱਕ ਡੈਮੋਕ੍ਰੈਟਿਕ ਰਾਈਟ ਹੈਗਾ, ਠੀਕ ਹੈ ਨਾ। ਬਟ ਜੇ ਆਪਾਂ ਕਹੀਏ ਕਿ ਆਪਾਂ ਇੱਕ ਬੱਚੇ ਦੀ ਇੱਕ ਮੌਤ ਦੇ ਸਿਰਫ ਆਪਾਂ ਇੱਕ ਦੂਜੇ 'ਤੇ ਇਲਜ਼ਾਮ ਹੀ ਲਗਾਈ ਜਾ ਰਹੇ ਹਾਂ, ਮਤਲਬ ਮੇਰੀ ਸੋਚ ਦੇ ਅਨੁਸਾਰ ਮੈਨੂੰ ਉਹ ਠੀਕ ਨਹੀਂ ਲੱਗ ਰਿਹਾ। ਹੋ ਸਕਦਾ ਕਈ ਲੋਕਾਂ ਨੂੰ ਮੇਰੇ ਵਿਚਾਰ ਸਹੀ ਲੱਗਣ, ਹੋ ਸਕਦਾ ਕਈਆਂ ਨੂੰ ਗਲਤ ਲੱਗਣ, ਬਟ ਜਿੱਦਾਂ ਕਿ ਮੈਂ ਆਲਰੇਡੀ ਆਪਣੇ ਸਾਰੇ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਰਿਆਂ ਦੇ ਵਿਚਾਰ ਆਪਣੇ ਆਪਣੇ ਆ। ਹੁਣ ਕਿ ਵਿਚਾਰ ਤੁਹਾਨੂੰ ਜੱਚਦੇ ਆ ਕਿ ਨਹੀਂ ਜੱਚਦੇ, ਹੈ ਨਾ, ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਚੀਜ਼ ਨੂੰ ਸਾਰਿਆਂ ਨੂੰ ਮਿਲ ਕੇ, ਇਹ ਜੋ ਪੰਜਾਬ ਦੀ ਜਨਰੇਸ਼ਨ ਜਿਸ ਪਾਸੇ ਜਾ ਰਹੀ ਆ, ਠੀਕ ਹੈ ਨਾ, ਉਹਨੂੰ ਆਪਾਂ ਮਿਲ ਕੇ ਸਾਰੇ ਪੰਜਾਬੀ ਜਿੰਨੇ ਵੀ ਆਪਣੀ ਐਡਮਿਨਿਸਟ੍ਰੇਸ਼ਨ ਆ ਜਾਂ ਜਿੰਨੇ ਵੀ ਆਪਣੇ ਇੱਥੋਂ ਦੇ ਰਹਿਣ ਵਾਲੇ ਆ, ਸਾਰੇ ਇਸ ਚੀਜ਼ ਨੂੰ ਮਿਲ ਕੇ ਇਸ ਚੀਜ਼ ਦਾ ਆਪਾਂ ਹੱਲ ਕੱਢੀਏ, ਬੱਚਿਆਂ ਨੂੰ ਅਵੇਅਰਨੈਸ ਕਰਾਈਏ, ਬੱਚਿਆਂ ਦੇ ਕੈਂਪ ਲਵਾਈਏ, ਠੀਕ ਹੈ ਨਾ। ਜੇ ਕਿਸੇ ਬੱਚੇ ਨੂੰ ਵੀ ਕੋਈ ਸਮੱਸਿਆ ਆਉਂਦੀ ਆ, ਉਹ ਆਪਣੇ ਘਰਦਿਆਂ ਨਾਲ ਨਹੀਂ ਗੱਲ ਕਰ ਸਕਦਾ, ਤੁਸੀਂ ਆਪਣੇ ਰਿਲੇਟਿਵਸ ਨਾਲ ਗੱਲ ਕਰੋ, ਕਿਸੇ ਐਡਮਿਨਿਸਟ੍ਰੇਸ਼ਨ ਦੇ ਡਿਪਾਰਟਮੈਂਟ 'ਚ ਕਿਸੇ ਨਾਲ ਗੱਲ ਕਰੋ, ਹੈ ਨਾ, ਵੀ ਉੱਥੇ ਜਾ ਕੇ ਦੱਸੋ ਵੀ ਮੈਨੂੰ ਆਹ ਪ੍ਰੋਬਲਮ ਆ ਰਹੀ ਆ। ਬਟ ਇਹਦਾ ਕੋਈ ਹੱਲ ਨਹੀਂ ਹੈਗਾ ਵੀ ਆਪਾਂ ਕਿਸੇ ਨੂੰ ਜਾਨੋਂ ਮਾਰ ਦਈਏ। ਵੀ ਤੁਹਾਨੂੰ ਕਿਸੇ ਦੀ ਕੋਈ ਚੀਜ਼ ਨਹੀਂ ਜੱਚਦੀ, ਤੁਸੀਂ ਕੰਪਲੇਂਟ ਕਰ ਦਿਓ ਵੀ ਮੈਨੂੰ ਆਹ ਬੰਦਾ ਨਹੀਂ ਜੱਚ ਰਿਹਾ, ਜਾਂ ਇਹ ਸਾਡੇ ਕਿਸੇ ਵੀ ਧਰਮ ਜਾਂ ਸਾਡੀ ਸੋਚ ਦੇ ਅਗੇਂਸਟ ਆ, ਤੁਸੀਂ ਉਸ ਚੀਜ਼ ਦੀ ਕੰਪਲੇਂਟ ਕਰ ਸਕਦੇ ਹੋ, ਠੀਕ ਆ। ਬਟ ਕਿਸੇ ਨੂੰ ਜਾਨੋਂ ਮਾਰਨ ਦਾ ਤੁਹਾਡੇ ਕੋਲ ਰਾਈਟ ਨਹੀਂ ਹੈਗਾ। ਜੀ ਬਿਲਕੁਲ, ਬਹੁਤ ਖੂਬ। ਜਦੋਂ ਅਸੀਂ ਗੱਲ ਕਰਦੇ ਹਾਂ ਰਾਈਟਸ ਦੀ, ਜਦੋਂ ਅਸੀਂ ਗੱਲ ਕਰਦੇ ਹਾਂ ਫਰੀडम्स ਦੀ, ਬਹੁਤ ਸਾਰੀਆਂ ਫਰੀडम्स ਨੇ, ਬਹੁਤ ਸਾਰੇ ਰਾਈਟਸ ਨੇ, ਅਤੇ ਇਸ ਦੇ ਨਾਲ ਨਾਲ ਸਾਡੀਆਂ ਜ਼ਿੰਮੇਵਾਰੀਆਂ ਵੀ ਨੇ। ਜ਼ਿੰਮੇਵਾਰੀਆਂ ਪ੍ਰਤੀ ਸਾਨੂੰ ਜਿਹੜਾ ਹੈ ਉਹ ਆਪਣਾ ਰੁਝਾਨ ਵਧਾਉਣਾ ਚਾਹੀਦਾ ਹੈ। ਇੱਕ ਸਿਟੀਜ਼ਨ ਹੋਣ ਦੇ ਨਾਤੇ, ਕਿਸੇ ਵੀ ਦੇਸ਼ ਦੇ ਇੱਕ ਸੱਭਿਅਕ ਨਾਗਰਿਕ ਹੋਣ ਦੇ ਨਾਤੇ ਸਾਨੂੰ ਉਹ ਸਾਰੇ ਫਰਜ਼ ਨਿਭਾਉਣੇ ਚਾਹੀਦੇ ਨੇ ਜਿਹੜੇ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਸਾਡੇ ਨਾਲ ਕੋਈ ਕਿਹੋ ਜਿਹਾ ਬਿਹੇਵੀਅਰ ਕਰੇ, ਔਰ ਉਹ ਬਿਹੇਵੀਅਰ ਉਹੋ ਜਿਹਾ ਹੀ ਹੋਣਾ ਚਾਹੀਦਾ ਹੈ ਜਿਹੜਾ ਕਿ ਅਸੀਂ ਦੂਸਰਿਆਂ ਦੇ ਕੋਲੋਂ ਲੋਚਦੇ ਹਾਂ। ਸੋ ਇਸ ਦੇ ਨਾਲ ਨਾਲ ਗੱਲ ਕਰਦੇ ਹਾਂ
ਮਨੋਵਿਗਿਆਨ ਦੀ, ਸਾਡੇ ਦਿਮਾਗ ਦੀ, ਸਾਡੇ ਜ਼ਿਹਨ ਦੀ, ਇਹਦੇ ਉੱਪਰ ਕੰਟਰੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਸਰ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ ਕਿ ਪੈਰੈਂਟਸ ਟੀਚਰਸ ਜਿਹੜੇ ਨੇ ਉਹਨਾਂ ਦਾ ਰੋਲ ਬਹੁਤ ਹੀ ਜ਼ਿਆਦਾ ਜ਼ਿੰਦਗੀ ਦੇ ਵਿੱਚ ਹੈ, ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚ ਵੀ ਹੈ, ਕਿਉਂਕਿ ਉਹ ਕਰੀਅਰ ਨੂੰ ਸਿਲੈਕਟ ਵੀ ਕਰ ਸਕਦੇ ਨੇ। ਤੁਹਾਡੇ ਤੁਸੀਂ ਕਿਹੜੇ ਸਬਜੈਕਟ, ਕਿਹੜੇ ਵਿਸ਼ੇ ਪੜ੍ਹਦੇ ਹੋ, ਉਹਨਾਂ ਨੂੰ ਵੀ ਉਹ ਦੇਖ ਰੇਖ ਜਿਹੜੀ ਹੈ ਉਹ ਜ਼ਰੂਰ ਕਰ ਸਕਦੇ ਨੇ। ਬੱਚੇ ਜਿਹੜੇ ਨੇ ਉਹਨਾਂ ਨੂੰ ਸਤਰਕ ਵੀ ਹੋਣਾ ਪਏਗਾ ਔਰ ਇਸ ਦੇ ਨਾਲ ਨਾਲ ਜ਼ਿੰਮੇਵਾਰ ਵੀ ਹੋਣਾ ਪਏਗਾ। ਆਸ ਕਰਦੇ ਹਾਂ ਕਿ ਸਾਡੀ ਸੁਰੱਖਿਆ ਸਾਡੀ ਆਪਣੀ ਵੀ ਜ਼ਿੰਮੇਵਾਰੀ ਵਿਸ਼ੇ ਦੇ ਉੱਪਰ ਕੀਤੀਆਂ ਹੋਈਆਂ ਗੱਲਾਂ ਬਾਤਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ। ਸੋ ਅਸੀਂ ਗੱਲ ਕੀਤੀ ਹੈ ਸਾਡੀ ਸੁਰੱਖਿਆ ਸਾਡੀ ਆਪਣੀ ਵੀ ਜ਼ਿੰਮੇਵਾਰੀ ਹੈ। ਸੋ ਮੋਹਿਤ ਸਰ ਬਹੁਤ ਵਧੀਆ ਵਿਚਾਰ ਤੁਸੀਂ ਵੀ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਆਸ ਕਰਦੇ ਹਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ, ਵਿਚਾਰ ਚਰਚਾ ਜਿਹੜੀ ਹੈ ਉਹ ਜ਼ਰੂਰ ਪਸੰਦ ਆਏਗੀ। ਤੁਸੀਂ ਇਨਸਾਈਟਸ ਮੀਡੀਆ 21 ਦੇ ਨਾਲ ਹੋਰ ਤੋਂ ਹੋਰ ਜੁੜੋਗੇ ਔਰ ਜੋ ਵੀ ਤੁਹਾਡੇ ਵਿਚਾਰ ਨੇ, ਜੋ ਤੁਸੀਂ ਸੋਚਦੇ ਹੋ, ਤੁਹਾਡੇ ਜ਼ਿਹਨ ਦੀਆਂ ਗੱਲਾਂ ਤੁਸੀਂ ਸ਼ਬਦਾਂ ਦੇ ਰਾਹੀਂ ਬਿਆਨ ਕਰ ਸਕਦੇ ਹੋ ਆਪਣੇ ਕਮੈਂਟਸ ਦੇ ਜ਼ਰੀਏ। ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਜਿਹੜਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਔਰ ਕਮੈਂਟਸ ਜ਼ਰੂਰੀ ਨੇ, ਕਿਉਂਕਿ ਤੁਹਾਡੇ ਵਿਚਾਰ ਜਿਹੜੇ ਨੇ ਉਹ ਆਵਾਮ ਤੱਕ ਪਹੁੰਚਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੁਝ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਖੋਹ ਲੈਂਦੇ ਹਾਂ ਤੇ ਕਿਤੇ ਨਾ ਕਿਤੇ ਕਮੀ ਜਿਹੜੀ ਹੈ ਉਹ ਜ਼ਰੂਰ ਰਹਿੰਦੀ ਹੈ। ਸੋ ਉਸ ਕਮੀ ਨੂੰ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ, ਲੇਕਿਨ ਕੁਝ ਸਮਾਂ ਮੌਨ ਜਿਹੜਾ ਹੈ ਉਹਨੂੰ ਜਿਹੜਾ ਹੈ ਉਹ ਦੂਰ ਕਰ ਸਕਦਾ ਹੈ, ਜਾਂ ਫਿਰ ਅਸੀਂ ਸੋਚ ਵਿਚਾਰ ਜਿਹੜਾ ਹੈ ਉਹ ਕਰ ਸਕਦੇ ਹਾਂ। ਸੋ ਸ਼ਰਧਾਂਜਲੀ ਦੇ ਸ਼ਬਦ ਜਿਹੜੇ ਨੇ ਉਹ ਮੈਂ ਚੈਨਲ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਅਗਰਵਾਲ ਸਰ ਨੂੰ ਕਹਾਂਗੀ ਕਿ ਜ਼ਰੂਰ ਇਸ ਰੂਹ ਦੇ ਲਈ ਜਿਹੜੇ ਹੈ ਉਹ ਜ਼ਰੂਰ ਕੁਝ ਪੇਸ਼ ਕਰਨ। ਸਿੱਧੂ ਮੂਸੇਵਾਲੇ ਜੀ, ਜਿੱਦਾਂ ਕਿ ਸਾਰੇ ਜਾਣਦੇ ਆ ਕਿ ਉਹ ਬਹੁਤ ਹੀ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਕਾਫੀ ਨਾਮ ਉਹਨਾਂ ਨੇ ਬਣਾਇਆ ਹੈ। ਤੇ ਬਹੁਤ ਹੀ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਘੱਟ ਉਮਰ ਦੇ ਵਿੱਚ, ਇੱਕ 29 ਸਾਲ ਦੀ ਉਮਰ ਸੀ ਉਹਨਾਂ ਦੀ, ਠੀਕ ਹੈ, 29 ਸਾਲ ਦੀ ਉਮਰ ਦੇ ਵਿੱਚ ਇਸ ਟਾਈਮ ਉਹਨਾਂ ਨੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਹੀ ਨਾਮ ਹਾਸਿਲ ਕੀਤਾ ਹੈ। ਉਹਨਾਂ ਨੇ ਜਿੰਨਾ ਵੀ ਨਾਮ ਹਾਸਿਲ ਕੀਤਾ ਹੈ ਉਹਨਾਂ ਨੇ ਆਪਣੀ ਮਿਹਨਤ ਨਾਲ ਕੀਤਾ ਹੈ। ਉਹਨਾਂ ਨੂੰ ਕੋਈ ਜੋ ਵੀ ਉਹਨਾਂ ਨੇ ਇੱਕ ਸਿੰਗਿੰਗ ਲਾਈਨ ਦੇ ਵਿੱਚ, ਹੈ ਨਾ, ਗਾਇਕੀ ਦੇ ਲਾਈਨ ਦੇ ਵਿੱਚ ਜੋ ਵੀ ਉਹਨਾਂ ਨੇ ਨਾਮ ਬਣਾਇਆ, ਉਹਨਾਂ ਨੂੰ ਕੋਈ ਉਹਨਾਂ ਦੇ ਪਿਛੋਕੜ ਤੋਂ ਨਹੀਂ ਮਿਲਿਆ। ਉਹ ਨਾਮ ਸਾਰਾ ਉਹਨਾਂ ਨੇ ਆਪ ਬਣਾਇਆ ਹੈ, ਠੀਕ ਹੈ। ਬਹੁਤ ਇੱਕ ਨੀਡਰ ਸਿੰਗਰ ਸੀ, ਉਹ ਆਪਣੇ ਅਸੂਲਾਂ ਦੇ ਨਾਲ ਚੱਲਦਾ ਸੀ। ਲੋਕਾਂ ਨੂੰ ਉਹਨਾਂ ਦੇ ਵਿਚਾਰ ਨਹੀਂ ਪਸੰਦ ਆਉਂਦੇ ਸੀ, ਠੀਕ ਹੈ ਨਾ, ਬਟ ਅੱਜ ਸਾਰੀ ਦੁਨੀਆ ਉਹਨਾਂ ਦੇ ਨਾਲ ਖੜੀ ਵੀ ਹੈ। ਇੱਕ ਟਾਈਮ ਸੀ ਵੀ ਦੁਨੀਆ ਉਹਨਾਂ ਦੇ ਨਾਲ ਆਪਾਂ ਕਹੀਏ ਬੇਸ਼ੱਕ ਫੋਟੋ ਖਿਚਾਉਣ ਲਈ ਜਾਂ ਉਹਨਾਂ ਦੇ ਘਰ ਇੱਕ ਮੇਲਾ ਲੱਗਾ ਰਹਿੰਦਾ ਸੀ। ਅਤੇ ਮੈਨੂੰ ਲੱਗਦਾ ਇਸ ਤੋਂ ਵੱਡੀ ਪ੍ਰਾਪਤੀ ਕੋਈ ਹੋ ਨਹੀਂ ਸਕਦੀ, ਠੀਕ ਹੈ ਨਾ। ਅੱਜ ਜੇ ਕੱਲ੍ਹ ਉਹਨਾਂ ਨੂੰ ਕੁਝ ਹੋਇਆ ਵਾ, ਜੋ ਵੀ ਇੱਕ ਹਾਦਸਾ ਵਾਪਰਿਆ, ਅਤੇ ਅੱਜ ਆਪਾਂ ਜੇ ਉਹਨਾਂ ਦੇ ਘਰ ਦੇ ਬਾਹਰ ਦੇਖੀਏ ਅਤੇ ਮੈਨੂੰ ਲੱਗਦਾ ਕਿ ਸ਼ਾਇਦ ਦੁਨੀਆ ਤੋਂ ਹਰ ਕੋਨੇ ਤੋਂ ਲੋਕ ਉੱਥੇ ਆ ਕੇ ਖੜ੍ਹੇ ਹੋਏ ਆ। ਇਹੀ ਉਹਨਾਂ ਦੀ ਇੱਕ ਪ੍ਰਾਪਤੀ ਹੈ। ਇਸ ਤੋਂ ਜ਼ਿਆਦਾ ਮੈਂ ਉਹਨਾਂ ਬਾਰੇ ਨਹੀਂ ਕਹਿ ਸਕਦਾ, ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਕੋਈ ਕਮੀ ਹੈ ਵੀ ਉਹਨਾਂ ਬਾਰੇ ਕਿ ਲੋਕ ਨਾ ਜਾਣਦੇ ਹੋਣ, ਹੈ ਨਾ। ਅਤੇ ਸਾਡੇ ਇਨਸਾਈਟਸ ਮੀਡੀਆ 21 ਦੀ ਟੀਮ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਅਤੇ ਠੀਕ ਹੈ ਵੀ ਜੋ ਇਸ ਉਮਰ ਦੇ ਵਿੱਚ ਕੋਈ ਮੌਤ ਮਤਲਬ ਕਿ ਨਹੀਂ ਹੋਣੀ ਚਾਹੀਦੀ ਸੀ। ਵੈਸੇ ਚਲੋ ਮੌਤ ਠੀਕ ਹੈ, ਭਗਵਾਨ ਦੇ ਹੱਥ, ਸਾਡੇ ਹੱਥ ਨਹੀਂ ਹੈ ਵੀ ਜਦੋਂ ਜੋ ਹੋਣਾ ਉਹਨੂੰ ਅਸੀਂ ਰੋਕ ਨਹੀਂ ਸਕਦੇ, ਬਟ ਫਿਰ ਵੀ ਇੰਨੀ ਘੱਟ ਉਮਰ ਦੇ ਵਿੱਚ ਜਦੋਂ ਕੋਈ ਚੱਲ ਜਾਂਦਾ ਹੈ ਨਾ, ਅਤੇ ਬੜਾ ਦੁੱਖ ਲੱਗਦਾ। ਅਤੇ ਇਸ ਕਰਕੇ ਅਸੀਂ ਆਪਣੇ ਚੈਨਲ ਦੇ ਰਾਹੀਂ ਅਸੀਂ ਇੱਕ ਸ਼ਰਧਾਂਜਲੀ ਭੇਂਟ ਕਰਦੇ ਹਾਂ।